ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਰੋ ਬੰਦਨਾ ਅਨਕ ਵਾਰ, ਸਰਣ ਪਰੋ ਹਰ ਰਾਏ। ਭ੍ਰਮ ਕਟਿਐ ਨਾਨਕ ਸਾਧ ਸੰਗ, ਦੁਤੀਆ ਭਾਉ ਮਿਟਾਏ। ਗੁਰੂ ਜੀ ਚਮਕੌਰ ਦੀ ਗੜੀ ਛੱਡ ਕੇ ਮਾਛੀਵਾੜਾ ਦੇ ਜੰਗਲ ਵਿੱਚ ਆ ਗਏ ਸਨ। ਪਿੱਛੇ ਚਮਕੌਰ ਦੀ ਗੜੀ ਵਿੱਚ ਭਾਈ ਸੰਤ ਸਿੰਘ, ਜਿਹੜੇ ਹਿਰਦੇ ਵਿੱਚ ਵੱਡੇ ਧੀਰਜਵਾਨ ਸਨ ਪਰ ਵਿਸ਼ਾਲ ਸੂਰਬੀਰਾਂ ਦੇ ਸੂਰਬੀਰ ਸਨ। ਉਸ ਸਮੇਂ ਖਾਲਸੇ ਨੇ ਜਿਹੜੀ ਗੁਰਗੱਦੀ ਪਾਈ ਸੀ, ਉਸ ਦੀ ਉਹਨਾਂ ਨੇ ਮੁਖਤਾ ਪ੍ਰਾਪਤ ਕੀਤੀ ਸੀ। ਉਹਨਾਂ ਦੇ ਸਿਰ ਉੱਪਰ ਬੱਝੀ ਜਿਗਾ ਅਤੇ ਕਲਗੀ ਬਹੁਤ ਸ਼ੋਭ ਰਹੀ ਸੀ, ਮਾਨੋ ਬੀਰ ਰਸ ਦੀ ਮੂਰਤ ਬਣੇ ਸਨ। ਹੱਥ ਵਿੱਚ ਤਿੱਖੇ ਤੀਰ ਚਲਾਉਣ ਵਾਲਾ ਕਠੋਰ ਧਨੁੱਖ ਫੜਿਆ ਸੀ ਤੇ ਹੱਥ ਵਿੱਚ ਤਲਵਾਰ ਫੜ ਕੇ ਉਹਨਾਂ ਨੇ ਬਹੁਤ ਵੱਡਾ ਯੁੱਧ ਕੀਤਾ। ਦੂਸਰਾ ਉਹਨਾਂ ਨਾਲ ਭਾਈ ਸੰਗਤ ਸਿੰਘ ਸੀ, ਜਿਸ ਨੂੰ ਬੰਗਸੀ ਕਹਿੰਦੇ ਹਨ। ਉਹ ਬੜੀ ਉੱਚੀ ਮੱਤ ਵਾਲੇ ਸਨ। ਕਸਣ ਤੋਂ ਬਗੈਰ ਬੰਦੂਕਾਂ ਛੱਡ ਚਾਰੇ ਪਾਸੇ ਵੈਰੀ ਨੂੰ ਲੱਭ ਕੇ ਮਾਰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਭਿਅੰਕਰ ਯੁੱਧ ਕੀਤਾ ਤੇ ਲੱਖਾਂ ਹੀ ਤੁਰਕਾਂ ਦਾ ਨਾਸ ਕੀਤਾ। ਜਦ ਸਤਿਗੁਰੂ ਜੀ ਕੁਰੂਕਸ਼ੇਤਰ ਗਏ ਸਨ, ਇੱਕ ਨਿਹਾਲਾ ਪਿੰਡ ਦਾ ਚੌਧਰੀ ਸੀ। ਉਸਨੇ ਬਹੁਤ ਪ੍ਰੇਮ ਧਾਰ ਕੇ ਗੁਰੂ ਜੀ ਦੀ ਸੇਵਾ ਕੀਤੀ ਸੀ। ਸੁਣ ਕੇ ਸੰਗਤ ਦਰਸ਼ਨਾਂ ਵਾਸਤੇ ਆ ਕੇ ਮਿਲੀ ਸੀ ਤੇ ਉਹ ਅਨੇਕਾਂ ਪ੍ਰਕਾਰ ਦੇ ਉਪਹਾਰ ਲੈ ਕੇ ਆਏ। ਮਾਛੀਵਾੜੇ ਦੀ ਇੱਕ ਖਤਰਾਣੀ ਹਿਰਦੇ ਦਾ ਪ੍ਰੇਮ ਵੇਖ ਕੇ ਸੁਣ ਕੇ ਉੱਥੇ ਪਹੁੰਚੀ। ਸੂਖਮ ਵਸਤਰ ਦਾ ਇੱਕ ਥਾਣ ਲਿਆਈ ਤੇ ਬੰਦਨਾ ਕਰਕੇ ਹੱਥ ਜੋੜ ਕੇ ਅਰਪਣ ਕੀਤਾ। ਗੁਰੂ ਜੀ ਨੇ ਵੇਖ ਕੇ ਫਰਮਾਇਆ, ਹੇ ਸਿੱਖਣੀਏ, ਮੰਗੋ ਜੋ ਚਿੱਤ ਦੀ ਲੋੜ ਹੈ। ਬੰਦਨਾ ਕਰਕੇ ਖਤਰਾਣੀ ਨੇ ਕਿਹਾ, ਹੇ ਸੱਚੇ ਪਾਤਸ਼ਾਹ ਜੀ, ਮੇਰੀ ਇੱਕ ਬੇਨਤੀ ਹੈ। ਮੈਂ ਹੁਣ ਬਹੁਤ ਬਿਰਧ ਹੋ ਗਈ ਹਾਂ। ਬਰੀਕ ਸੂਤ ਕੱਤ ਕੇ ਮੈਂ ਨਿਤ ਸੁੰਦਰ ਵਸਤਰ ਭੇਟਾ ਵਜੋਂ ਦਿੰਦੀ ਰਹੀ ਹਾਂ। ਮੈਨੂੰ ਕਿਵੇਂ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ, ਇਹ ਆਸ ਮੇਰੀ ਕਿਵੇਂ ਪੂਰੀ ਹੋਵੇਗੀ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਵਸਤਰ ਅਸੀਂ ਆਪ ਆ ਕੇ ਲੈ ਲਵਾਂਗੇ। ਜਿਸ ਨਗਰ ਵਿੱਚ ਵੀ ਤੂੰ ਰਹਿੰਦੀ ਹੋਵੇਂਗੀ, ਕੱਤ ਬਣਾ ਕੇ ਤਿਆਰ ਕਰ ਰੱਖੀਏ। ਅਸੀਂ ਆਪਣੇ ਅੰਗ 'ਤੇ ਸਜਾ ਕੇ ਉਹ ਵਸਤਰ ਪਹਿਨਾਂਗੇ। ਸਾਡੇ ਪਾਸੋਂ ਮਹਾਂਪ੍ਰਸ਼ਾਦ ਲੈ ਕੇ ਛਕੋ। ਇਹ ਕਹਿ ਕੇ ਸਤਿਗੁਰੂ ਜੀ ਨੇ ਪ੍ਰਸ਼ਾਦ ਖਾਣ ਨੂੰ ਦਿੱਤਾ। ਆਨੰਦ ਪ੍ਰਸੰਨ ਹੋ ਕੇ ਫਿਰ ਆਪਣੇ ਘਰ ਨੂੰ ਚਲੀ ਗਈ। ਉਸਨੇ ਕੱਤ ਕੇ ਵਸਤਰ ਬਣਾ ਕੇ ਧਰੇ ਸਨ। ਉਸ ਬਜ਼ੁਰਗ ਮਾਤਾ ਨੂੰ ਜਿਵੇਂ ਪਹਿਲਾਂ ਕਿਹਾ ਸੀ, ਉਸ ਨੂੰ ਯਾਦ ਕਰਕੇ ਗੁਰੂ ਜੀ ਉਸ ਸਮੇਂ ਗੁਲਾਬੇ ਨੂੰ ਕਹਿਣ ਲੱਗੇ, ਇੱਕ ਖਤਰਾਣੀ ਜੋ ਬਹੁਤ ਬਿਰਧ ਹੈ, ਉਸ ਨੂੰ ਬੁਲਾ ਕੇ ਆਪਣੇ ਨਾਲ ਲਿਆਓ। ਹੁਣ ਉਸ ਦੀ ਕਾਮਨਾ ਪੂਰੀ ਕਰੀਏ। ਗੁਰੂ ਜੀ ਦਾ ਹੁਕਮ ਸੁਣ ਕੇ ਗੁਲਾਬਾ ਤੁਰੰਤ ਗਿਆ ਤੇ ਉਸ ਦਾ ਘਰ ਉਤਾਵਲੇ ਹੋ ਕੇ ਬੜੀ ਛੇਤੀ ਲੱਭ ਲਿਆ। ਉਸ ਬਿਰਧ ਮਾਤਾ ਨੂੰ ਗੁਰੂ ਜੀ ਦਾ ਸਾਰਾ ਭੇਦ ਦੱਸਿਆ। ਇਹ ਸੁਣ ਕੇ ਉਹ ਮਾਤਾ ਬਹੁਤ ਪ੍ਰਸੰਨ ਹੋਈ ਤੇ ਸਾਰੀ ਗੱਲ ਉਸਨੇ ਪਰਖੀ। ਬਰੀਕ ਖੱਦਰ ਦੇ 2 ਥਾਣ ਲੈ ਕੇ ਬਿਰਧ ਮਾਤਾ ਬੜੀ ਉਤਾਵਲੀ ਹੋ ਕੇ ਨਾਲ ਚੱਲ ਕੇ ਆ ਗਈ। ਹੱਥ ਜੋੜ ਕੇ ਬੰਦਨਾ ਕਰਕੇ ਉਸਨੇ ਉਪਹਾਰ ਗੁਰੂ ਜੀ ਦੇ ਅੱਗੇ ਧਰ ਦਿੱਤੇ। ਬਹੁਤ ਪ੍ਰਸੰਨ ਸੀ। ਮਨ ਵਿੱਚ ਵਿਸ਼ੇਸ਼ ਪ੍ਰੇਮ ਪ੍ਰਗਟ ਹੋਇਆ ਸੀ ਤੇ ਕਹਿਣ ਲੱਗੀ, ਮੇਰੇ ਧਨ ਭਾਗ ਹਨ, ਮੈਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਕਿਹਾ, ਹੁਣ ਤੇਰੇ ਅੰਤ ਦੀ ਅਸੀਂ ਭੇਟਾ ਲਈ ਹੈ। ਹੁਣ ਤੇਰਾ ਅੰਤ ਸਮਾਂ ਪੁੱਗ ਗਿਆ ਹੈ ਤੇ ਸਰੀਰ ਛੱਡਣ ਤੋਂ ਬਾਅਦ ਤੈਨੂੰ ਉੱਤਮ ਪਦਵੀ ਦਿੱਤੀ ਹੈ। ਦਰਸ਼ਨ ਕਰਕੇ ਫਿਰ ਚੱਲੇ ਗਈ ਤੇ ਗੁਲਾਬੇ ਨੂੰ ਕਹਿਣ ਲੱਗੀ, ਦਰਜੀ ਪਾਸੋਂ ਤੁਰੰਤ ਵਸਤਰ ਸਵਾ ਲਵੋ ਤਾਂ ਕਿ ਗੁਰੂ ਜੀ ਦੇ ਪਹਿਨਣ ਵਾਸਤੇ ਨਵੇਂ ਕੱਪੜੇ ਤਿਆਰ ਹੋ ਜਾਣ। ਇਹ ਸੁਣ ਕੇ ਗੁਲਾਬੇ ਨੇ ਵਸਤਰ ਤਿਆਰ ਕਰਵਾਏ, ਇੱਕ ਚਾਦਰਾ ਤਿਆਰ ਕਰਵਾਇਆ ਤੇ ਇੱਕ ਗਲ ਵਿੱਚ ਪਾਉਣ ਵਾਲਾ ਜਾਮਾ ਸੀ। ਫਿਰ ਗੁਰੂ ਜੀ ਨੇ ਕਿਹਾ, ਕਾਲੇ ਰੰਗ ਦੇ ਕੱਪੜੇ ਰੰਗ ਕੇ ਸਾਡੇ ਪਾਸ ਲਿਆਓ। ਨਬੀ ਖਾਂ ਗਨੀ ਖਾਂ ਫਿਰ ਚੱਲ ਕੇ ਆਏ। ਉਹਨਾਂ ਨੇ ਗੁਰੂ ਜੀ ਦੇ ਪਾਸ ਨਿਕਲਣ ਦਾ ਭੇਦ ਕਿਹਾ। ਤੁਹਾਡਾ ਪਲੰਗ ਸਿਰ ਤੇ ਚੁੱਕ ਲਵਾਂਗੇ ਤੇ ਤੁਰਕਾਂ ਦੀ ਭੀੜ ਨੂੰ ਲੰਘ ਜਾਵਾਂਗੇ। ਸਾਧ ਸੰਗਤ ਜੀ, ਇੱਕ ਵਾਰ 10ਵੇਂ ਪਾਤਸ਼ਾਹ ਦੀਵਾਨ ਲਗਾ ਕੇ ਬੈਠੇ ਸਨ। ਬਹੁਤ ਸਿੱਖ ਸੰਗਤ ਇਕੱਠੀ ਹੋਈ ਸੀ। ਉਹਨਾਂ ਵਿੱਚੋਂ ਕੁਝ ਸਿੱਖਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਸ਼ਾਸਤਰਾਂ ਦੀ ਰੀਤ ਅਨੁਸਾਰ ਹਿੰਦੂ ਵੀਰ 13ਵੇਂ ਦਿਨ ਸੂਤਕ ਪਾਤਕ ਕੱਢਦੇ ਹਨ। ਤੁਸੀਂ ਉਸੇ ਵੇਲੇ ਕੜਾਹ ਪ੍ਰਸ਼ਾਦ ਕਰਕੇ
ਛਕਾਉਂਦੇ ਹੋ ਜੀ। ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਬਚਨ ਹੋਇਆ, ਜਦੋਂ ਜੀਵ ਦੇਹ ਤਿਆਗਦੇ ਹਨ ਤਦੋਂ ਜਮਦੂਤਾਂ ਦੇ ਵਸ ਪੈਂਦੇ ਹਨ, ਜਿਹੜੇ ਕਿਰਿਆ ਕਰਮ ਕਰਦੇ ਹਨ, ਨਾਲੇ ਵਰੀਣਾ ਤੇ ਚੌਵਰੀਆਂ ਕਰਾਉਂਦੇ ਹਨ, ਗੰਗਾ ਫੁੱਲ ਤਾਰਦੇ ਹਨ, ਗਇਆ ਜੀ ਜਾ ਕੇ ਪਿਤਰਾਂ ਨਿਮਿਤ ਪਿੰਡ ਪਾਉਂਦੇ ਹਨ। ਉਹਨਾਂ ਕਰਮਾਂ ਦੇ ਕਰਨ ਵਾਲਿਆਂ ਨੂੰ ਧਰਮਰਾਜ ਦੇ ਹੁਕਮ ਨਾਲ ਕਲਯੁਗ ਦੇ ਵਸ ਕਰ ਛੱਡਿਆ ਹੈ, ਕਿਉਂਕਿ ਕਲਯੁਗ ਨੇ ਨਰਕ ਭਰਨੇ ਹਨ। ਜਿਸ ਰਾਜੇ ਦਾ ਰਾਜ ਹੁੰਦਾ ਹੈ ਉਸੇ ਦਾ ਹੁਕਮ ਤੁਰਦਾ ਹੈ। ਕਲੂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ 10 ਅਵਤਾਰ ਹੋਣਗੇ, ਪੂਰੇ ਕਲਾਧਾਰੀ, ਔਰ ਪਿੱਛੇ ਸੰਤ ਅਵਤਾਰ ਹੋਣਗੇ, ਨਾਮ ਜਪਾਵਣਗੇ, ਸਿੱਖਿਆ ਦੇਣਗੇ। ਰਾਜੇ ਜਨਕ ਵਾਲੇ ਨਰਕ ਕਲਯੁਗ ਨੇ ਭਰਨੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਤੋਂ ਬਿਨਾਂ ਕਲਯੁਗ ਨੇ ਕਿਸੇ ਨੂੰ ਨਹੀਂ ਛੱਡਣਾ। ਅਸੀਂ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਕੇ ਵਰਤਾਉਂਦੇ ਹਾਂ। ਪ੍ਰਸ਼ਾਦ, ਆਰਤੀ, ਸੋਹਿਲਾ ਪੜ੍ਹ ਕੇ ਜਦ ਚਿੱਖਾ ਵਿੱਚ ਕੜਾਹ ਪ੍ਰਸ਼ਾਦ ਪਾਵੇ, ਉਸੇ ਵਕਤ ਜੀਵ ਦੀ ਗਤੀ ਹੁੰਦੀ ਹੈ ਅਤੇ ਜਮਦੂਤਾਂ ਦੇ ਭੈ ਤੋਂ ਰਹਿਤ ਹੋ ਜਾਂਦਾ ਹੈ। ਔਰ ਜੀਵ 17ਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਵੇ, ਪ੍ਰਸ਼ਾਦ ਵਰਤੇ, ਬਸਤਰ ਪੂਜਾ ਭੇਟਾ ਕਰਕੇ ਗ੍ਰੰਥੀ ਸਿੰਘ ਦੀ ਖੁਸ਼ੀ ਲਵੇ। ਇਸ ਨਾਲ ਜੀਵ ਦੀ ਮੁਕਤੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਅਵਤਾਰ ਹਨ। ਸ੍ਰੀ ਗੁਰੂ ਕੀ ਸੰਗਤ ਕੇ ਭਜਨ ਤਪ ਕਰਨ ਕੀ ਧਰਮਸਾਲ ਵਿੱਚ ਪ੍ਰਾਣੀਆਂ ਦੇ ਪੁੰਨ ਭੇਜਦੇ ਹਾਂ ਤਾਂ ਕਲਯੁਗ ਸਾਡਿਆਂ ਸਿੱਖਾਂ ਨੂੰ ਛੱਡ ਦਿੰਦਾ ਹੈ। ਜਮਦੂਤ ਨੇੜੇ ਨਹੀਂ ਆਉਂਦੇ। ਆਪਣੀ ਇੱਛਾ ਨਾਲ ਸਾਡੇ ਸਿੱਖ ਸੰਤ ਸਿੰਘ ਕਿਤੇ ਰਹਿਣ। ਕਲਯੁਗ, ਧਰਮਰਾਏ, ਚਿੱਤਰਗੁਪਤ, ਜਮਦੂਤ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਬਾਣੀ ਸੁਣ ਕੇ ਛੱਡ ਜਾਂਦੇ ਹਨ। ਸ੍ਰੀ ਗੁਰੂ ਨਾਨਕ ਨਿਰੰਕਾਰੀ ਆਪਣੇ ਸਿੱਖਾਂ ਨੂੰ ਸ੍ਰੀ ਅਕਾਲ ਪੁਰਖ ਪਾਸ ਆਪ ਲੈ ਜਾਣਗੇ। ਜਦ ਪ੍ਰਾਣੀ ਦਾ ਸੰਸਕਾਰ ਕਰਕੇ ਇਸ਼ਨਾਨ ਕਰਕੇ ਪ੍ਰਸ਼ਾਦ ਵਰਤਾਇਆ ਜਾਏ, ਫਿਰ ਪਾਤਕ ਸੂਤਕ ਨਿਕਲ ਜਾਂਦਾ ਹੈ। ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਉਸ ਆਤਮਾ ਦਾ ਨਿਵਾਸ ਹੋ ਜਾਂਦਾ ਹੈ। ਦੋਹਰਾ, ਸ਼੍ਰੀ ਗੁਰੂ ਦੀਨ ਦਇਆਲ ਜੀ ਗਏ ਮਹਿਲ ਮੇਂ ਆਪ, ਯਸ ਕਰ ਸੀਸ ਨਿਵਾਵਤੇ ਸਿੱਖ ਗਵਾਵੇਂ ਪਾਪ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖਾਂ ਦੀ ਸ਼ੰਕਾ ਨਿਵਰਤ ਕਰਕੇ ਉਹਨਾਂ ਨੂੰ ਉਪਦੇਸ਼ ਦਿੱਤਾ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।